ਅਕਸਰ ਸੋਚਿਆ ਜਾਂਦਾ ਹੈ ਕਿ ਸਿਆਸਤ ਸਿਰਫ ਚੋਣਾਂ ਜਿੱਤਣ ਦੀ ਖੇਡ ਹੈ, ਪਰ ਅਸਲ 'ਚ ਇਹ ਉਸ ਤੋਂ ਕਿਤੇ ਵੱਧ ਹੈ। ਇਹ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ। ਪਰ ਇੱਕ ਚੰਗੇ ਸ਼ਾਸਨ ਦੀ ਸ਼ੁਰੂਆਤ ਹੁੰਦੀ ਕਿੱਥੋਂ ਹੈ? ਦੇਖੋ, ਇਹ ਵੱਡੇ-ਵੱਡੇ ਵਾਅਦਿਆਂ ਜਾਂ ਸਿਆਸੀ ਦਾਅ-ਪੇਚਾਂ ਤੋਂ ਨਹੀਂ ਹੁੰਦੀ। ਇਸ ਦੀ ਸ਼ੁਰੂਆਤ ਹੁੰਦੀ ਹੈ ਜ਼ਮੀਨ ਨਾਲ ਜੁੜਨ ਤੋਂ, ਉੱਥੋਂ ਦੇ ਲੋਕਾਂ ਦੀ ਨਬਜ਼ ਫੜਨ ਤੋਂ ਤੇ ਉਹਨਾਂ ਦੀਆਂ ਅਸਲ ਸਮੱਸਿਆਵਾਂ ਨੂੰ ਸਮਝਣ ਤੋਂ। ਅੱਜ ਅਸੀਂ ਇਸੇ ਸੋਚ ਨੂੰ ਪੰਜਾਬ ਦੇ ਦਾਖਾ ਹਲਕੇ ਦੇ ਹਾਲਾਤਾਂ 'ਚ ਪਰਖਾਂਗੇ। ਇਹ ਸਿਰਫ ਇੱਕ ਹਲਕੇ ਦਾ ਵਿਸ਼ਲੇਸ਼ਣ ਨਹੀਂ, ਬਲਕਿ ਸ਼ਾਸਨ ਦੇ ਉਸ ਮਾਡਲ ਦੀ ਤਲਾਸ਼ ਹੈ ਜੋ ਅੰਕੜਿਆਂ ਤੇ ਹਮਦਰਦੀ ਦੋਵਾਂ ਤੇ ਟਿਕਿਆ ਹੋਵੇ। ਤਾਂ ਗੱਲ ਕਰਦੇ ਹਾਂ ਦਾਖਾ ਦੀ। ਲੁਧਿਆਣਾ ਜ਼ਿਲ੍ਹੇ ਦਾ ਇਹ ਹਲਕਾ ਸਿਰਫ ਇੱਕ ਇਲਾਕਾ ਨਹੀਂ ਹੈ, ਇਹ ਤਾਂ ਪੂਰੇ ਪੰਜਾਬ ਦੇ ਪੇਂਡੂ ਜੀਵਨ, ਖੇਤੀ ਦੇ ਸੰਕਟ ਅਤੇ ਨੌਜਵਾਨਾਂ ਦੀਆਂ ਉਮੀਦਾਂ ਦਾ ਇੱਕ ਛੋਟਾ ਰੂਪ ਹੈ। ਇੱਥੋਂ ਦੀ ਮਿੱਟੀ 'ਚ ਕਿਸਾਨ ਦਾ ਮੁੜਕਾ ਰਚਿਆ ਹੋਇਆ ਹੈ ਤੇ ਇੱਥੋਂ ਦੇ ਪਿੰਡਾਂ 'ਚ ਪੰਜਾਬ ਦਾ ਇਤਿਹਾਸ ਵਸਦਾ ਹੈ। ਸੋ ਕੋਈ ਵੀ ਰਣਨੀਤੀ ਬਣਾਉਣ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਕੰਮ ਹੈ ਇੱਥੋਂ ਦੀ ਜ਼ਮੀਨੀ ਹਕੀਕਤ ਨੂੰ ਸਮਝਣਾ। ਇੱਥੋਂ ਦੇ ਲੋਕ ਸੋਚਦੇ ਕੀ ਨੇ, ਉਹਨਾਂ ਨੂੰ ਡਰ ਕਿਸ ਗੱਲ ਦਾ ਹੈ ਤੇ ਉਹਨਾਂ ਲਈ ਸਭ ਤੋਂ ਜ਼ਰੂਰੀ ਕੀ ਹੈ। ਚਲੋ ਇਸ ਸਫ਼ਰ ਦੀ ਸ਼ੁਰੂਆਤ ਇਸੇ ਜ਼ਮੀਨ ਦੀਆਂ ਗੱਲਾਂ ਤੋਂ ਕਰਦੇ ਹਾਂ। ਇਸ ਪੂਰੇ ਵਿਸ਼ਲੇਸ਼ਣ ਵਿੱਚ ਅਸੀਂ ਇੱਕ ਸਿੱਧੇ ਰਸਤੇ ਤੇ ਚੱਲਾਂਗੇ। ਸਭ ਤੋਂ ਪਹਿਲਾਂ ਅਸੀਂ ਦਾਖਾ ਦੇ ਲੋਕਾਂ ਦੀ ਆਵਾਜ਼ ਸੁਣਾਂਗੇ, ਫਿਰ ਚੋਣਾਂ ਦੇ ਅੰਕੜਿਆਂ ਤੇ ਇੱਕ ਡੂੰਘੀ ਨਜ਼ਰ ਮਾਰਾਂਗੇ। ਉਸ ਤੋਂ ਬਾਅਦ ਇਹ ਸਮਝਾਂਗੇ ਕਿ ਲੋਕਾਂ ਦਾ ਭਰੋਸਾ ਕਿਵੇਂ ਬਦਲਦਾ ਰਿਹਾ। ਫਿਰ ਇੱਕ ਸ਼ਾਸਨ ਦੇ ਬਲੂਪ੍ਰਿੰਟ ਦੀ ਗੱਲ ਕਰਾਂਗੇ ਅਤੇ ਅਖੀਰ 'ਚ ਦੇਖਾਂਗੇ ਕਿ ਇਹ ਸਾਰੀ ਸਮਝ ਇੱਕ ਮਜ਼ਬੂਤ ਜਿੱਤ ਦਾ ਆਧਾਰ ਕਿਵੇਂ ਬਣ ਸਕਦੀ ਹੈ। ਚਲੋ ਫਿਰ ਪਹਿਲਾ ਕਦਮ ਚੁੱਕਦੇ ਹਾਂ, ਲੋਕਾਂ ਨੂੰ ਸੁਣਨ ਦਾ, ਕਿਉਂਕਿ ਲੋਕਤੰਤਰ ਵਿੱਚ ਆਖਰੀ ਫੈਸਲਾ ਤਾਂ ਲੋਕਾਂ ਦਾ ਹੀ ਹੁੰਦਾ ਹੈ ਨਾ? ਦਾਖਾ ਦੇ ਸਮਾਜਿਕ ਤਾਣੇ-ਬਾਣੇ ਨੂੰ ਸਮਝਣਾ, ਇੱਥੇ ਵਸਦੇ ਵੱਖ-ਵੱਖ ਭਾਈਚਾਰਿਆਂ ਦੀਆਂ ਚਿੰਤਾਵਾਂ ਨੂੰ ਜਾਣਨਾ, ਇਹੀ ਕਿਸੇ ਵੀ ਚੰਗੇ ਸ਼ਾਸਨ ਦੀ ਨੀਂਹ ਦਾ ਪਹਿਲਾ ਪੱਥਰ ਹੈ। ਆਖਿਰ ਇੱਕ ਆਗੂ ਉਹੀ ਹੈ ਜੋ ਆਪਣੀ ਜਨਤਾ ਦੀ ਆਵਾਜ਼ ਨੂੰ ਪਹਿਚਾਣਦਾ ਹੋਵੇ। ਜਦੋਂ ਜ਼ਮੀਨੀ ਪੱਧਰ ਤੇ ਜਾ ਕੇ ਗੱਲ ਕੀਤੀ ਜਾਂਦੀ ਹੈ ਤਾਂ ਚਾਰ ਵੱਡੀਆਂ ਸਮੱਸਿਆਵਾਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਪਹਿਲੀ, ਜੱਟ ਸਿੱਖ ਕਿਸਾਨ ਜੋ ਇਸ ਖੇਤਰ ਦੀ ਰੀੜ੍ਹ ਦੀ ਹੱਡੀ ਹੈ, ਸਰਕਾਰ ਦੀਆਂ ਜ਼ਮੀਨ ਪੂਲਿੰਗ ਨੀਤੀਆਂ ਤੋਂ ਬਹੁਤ ਡਰਿਆ ਹੋਇਆ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪਹਿਚਾਣ, ਉਹਨਾਂ ਦੀ ਜ਼ਮੀਨ ਖਤਰੇ ਵਿੱਚ ਹੈ। ਦੂਜੇ ਪਾਸੇ ਆਪਣੇ ਨੌਜਵਾਨ ਨੇ, ਅੱਖਾਂ 'ਚ ਸੁਪਨੇ ਪਰ ਹੱਥ ਖਾਲੀ। ਬੇਰੁਜ਼ਗਾਰੀ ਉਹਨਾਂ ਨੂੰ ਗੁੱਸੇ ਤੇ ਨਿਰਾਸ਼ਾ ਵੱਲ ਤੱਕ ਰਹੀ ਹੈ। ਫਿਰ ਗੱਲ ਆਉਂਦੀ ਹੈ ਦਲਿਤ ਅਤੇ ਅਨੁਸੂਚਿਤ ਜਾਤੀ ਭਾਈਚਾਰਿਆਂ ਦੀ, ਜੋ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਸਿਰਫ ਵੋਟਾਂ ਵੇਲੇ ਯਾਦ ਕੀਤਾ ਜਾਂਦਾ ਹੈ। ਤੇ ਇਹਨਾਂ ਸਭ ਦੇ ਉੱਪਰ ਇੱਕ ਖਤਰਨਾਕ ਚੁੱਪ ਹੈ, ਵੋਟਰਾਂ ਦੀ ਉਦਾਸੀਨਤਾ, ਜਿਨ੍ਹਾਂ ਦਾ ਸਿਸਟਮ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ। 15% ਇਹ ਸਿਰਫ ਇੱਕ ਨੰਬਰ ਨਹੀਂ, ਇਹ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਤੇ ਲੱਗਿਆ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ। ਇਹ ਕਹਾਣੀ ਦਾਖਾ ਦੇ ਹਰ ਉਸ ਪਿੰਡ, ਹਰ ਉਸ ਘਰ ਦੀ ਹੈ ਜਿੱਥੇ ਇੱਕ ਪੜ੍ਹਿਆ ਲਿਖਿਆ ਨੌਜਵਾਨ ਮੌਕੇ ਦੀ ਤਲਾਸ਼ ਵਿੱਚ ਹੈ, ਜਾਂ ਤਾਂ ਖੇਤਾਂ 'ਚ ਕੰਮ ਕਰਨ ਲਈ ਮਜਬੂਰ ਹੈ ਜਾਂ ਫਿਰ ਬਾਹਰ ਜਾਂਦੇ ਸੁਪਨੇ ਦੇਖ ਰਿਹਾ ਹੈ। ਇਹ ਬੇਰੁਜ਼ਗਾਰੀ ਸਿਰਫ ਇੱਕ ਆਰਥਿਕ ਮਸਲਾ ਨਹੀਂ, ਇਹ ਇੱਕ ਸਮਾਜਿਕ ਸੰਕਟ ਬਣ ਚੁੱਕੀ ਹੈ ਜੋ ਪਰਿਵਾਰਾਂ ਨੂੰ ਤੋੜਦੀ ਹੈ ਤੇ ਸਿਆਸੀ ਮਾਹੌਲ ਨੂੰ ਖਰਾਬ ਕਰਦੀ ਹੈ। ਜਦੋਂ ਤੱਕ ਇਸ 15% ਦੇ ਦਰਦ ਨੂੰ ਨਹੀਂ ਸਮਝਿਆ ਜਾਂਦਾ, ਕੋਈ ਵੀ ਵਿਕਾਸ ਦਾ ਮਾਡਲ ਕਾਮਯਾਬ ਨਹੀਂ ਹੋ ਸਕਦਾ। ਠੀਕ ਹੈ, ਲੋਕਾਂ ਦੇ ਜਜ਼ਬਾਤਾਂ ਨੂੰ ਸਮਝਣ ਤੋਂ ਬਾਅਦ ਹੁਣ ਵਾਰੀ ਹੈ ਉਹਨਾਂ ਠੋਸ ਅੰਕੜਾਂ ਦੀ ਜੋ ਚੋਣਾਂ ਦੀ ਹਾਰ ਜਿੱਤ ਦਾ ਫੈਸਲਾ ਕਰਦੇ ਨੇ, ਕਿਉਂਕਿ ਇੱਕ ਸਹੀ ਰਣਨੀਤੀ ਜਜ਼ਬਾਤਾਂ ਅਤੇ ਤੱਥਾਂ ਦੇ ਸੁਮੇਲ ਨਾਲ ਹੀ ਬਣਦੀ ਹੈ। ਆਓ ਹੁਣ ਦਾਖਾ ਦੇ ਚੋਣ ਸਮੀਕਰਨ ਨੂੰ ਬਿਲਕੁਲ ਬਾਰੀਕੀ ਨਾਲ ਸਮਝੀਏ। ਤਾਂ ਫਿਰ ਅਸਲ ਸਵਾਲ ਇਹ ਹੈ, ਦਾਖਾ 'ਚ ਜਿੱਤਣ ਲਈ ਅਸਲ ਚੁਣੌਤੀ ਹੈ ਕੀ? ਇਸ ਦਾ ਜਵਾਬ ਭਾਸ਼ਣਾਂ 'ਚ ਨਹੀਂ, ਵੋਟਾਂ ਦੇ ਅੰਕੜਿਆਂ 'ਚ ਲੁਕਿਆ ਹੈ। ਇਹੀ ਅੰਕੜੇ ਸਾਨੂੰ ਦੱਸਣਗੇ ਕਿ ਜਿੱਤ ਦਾ ਰਸਤਾ ਕਿੰਨਾ ਔਖਾ ਹੈ ਤੇ ਉਸ ਨੂੰ ਪਾਰ ਕਿਵੇਂ ਕੀਤਾ ਜਾ ਸਕਦਾ ਹੈ। 5807 ਬਸ ਇੰਨੀਆਂ ਵੋਟਾਂ ਦਾ ਫਰਕ ਸੀ 2022 ਦੀਆਂ ਚੋਣਾਂ 'ਚ ਹਾਰ ਤੇ ਜਿੱਤ ਵਿਚਕਾਰ। ਇਹੀ ਉਹ ਟੀਚਾ ਹੈ ਜਿਸ ਨੂੰ ਪਾਰ ਕਰਨਾ ਹੈ। ਇਹ ਅੰਕੜਾ ਦੱਸਦਾ ਹੈ ਕਿ ਮੁਕਾਬਲਾ ਬਹੁਤ ਹੀ ਕਰੀਬੀ ਸੀ। ਇੱਕ ਪਾਸੇ ਇਹ ਹੌਸਲਾ ਦਿੰਦਾ ਹੈ ਕਿ ਜਿੱਤ ਸੰਭਵ ਹੈ, ਪਰ ਨਾਲ ਹੀ ਇਹ ਚੇਤਾਵਨੀ ਵੀ ਦਿੰਦਾ ਹੈ ਕਿ ਇੱਕ-ਇੱਕ ਵੋਟ ਦੀ ਕੀਮਤ ਹੈ ਤੇ ਇੱਕ ਛੋਟੀ ਜੀ ਗਲਤੀ ਵੀ ਹਾਰ ਦਾ ਕਾਰਨ ਬਣ ਸਕਦੀ ਹੈ। 75.73% ਇਹ 2022 'ਚ ਦਾਖਾ 'ਚ ਵੋਟ ਪਾਉਣ ਵਾਲਿਆਂ ਦੀ ਗਿਣਤੀ ਸੀ। ਵੇਖਣ ਨੂੰ ਤਾਂ ਇਹ ਅੰਕੜਾ ਠੀਕ-ਠਾਕ ਲੱਗਦਾ ਹੈ, ਪਰ ਅਸਲ ਕਹਾਣੀ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਅਸੀਂ ਇਸ ਦੀ ਤੁਲਨਾ ਪਿਛਲੀਆਂ ਚੋਣਾਂ ਨਾਲ ਕਰਦੇ ਹਾਂ। ਮਤਲਬ ਕਿ ਲਗਭਗ ਚੌਥਾ ਹਿੱਸਾ ਵੋਟਰ ਤਾਂ ਘਰੋਂ ਨਿਕਲਿਆ ਹੀ ਨਹੀਂ। ਇਹ ਉਹੀ ਉਦਾਸੀਨਤਾ ਹੈ ਜਿਸ ਦੀ ਗੱਲ ਅਸੀਂ ਪਹਿਲਾਂ ਕਰ ਰਹੇ ਸੀ। ਜਦੋਂ ਲੋਕ ਵੋਟ ਪਾਉਣਾ ਹੀ ਛੱਡ ਦੇਣ ਤਾਂ ਇਹ ਪੂਰੇ ਸਿਸਟਮ ਲਈ ਇੱਕ ਖਤਰੇ ਦੀ ਘੰਟੀ ਹੁੰਦੀ ਹੈ। 2022 ਦਾ ਨਤੀਜਾ ਇੱਕ ਤਿਕੋਣਾ ਮੁਕਾਬਲਾ ਸੀ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤਿੰਨੋਂ ਬਹੁਤ ਨੇੜੇ-ਤੇੜੇ ਸਨ। ਵੋਟਾਂ ਪੂਰੀ ਤਰ੍ਹਾਂ ਵੰਡੀਆਂ ਹੋਈਆਂ ਸਨ। ਇਸ ਦਾ ਮਤਲਬ ਸਾਫ਼ ਹੈ ਕਿ ਕਿਸੇ ਵੀ ਪਾਰਟੀ ਨੂੰ ਲੋਕਾਂ ਦਾ ਸਪਸ਼ਟ ਫਤਵਾ ਨਹੀਂ ਮਿਲਿਆ ਸੀ। ਥੋੜਾ ਜਿਹਾ ਵੋਟ ਇੱਧਰ-ਉੱਧਰ ਹੋਣ ਨਾਲ ਨਤੀਜਾ ਪੂਰੀ ਤਰ੍ਹਾਂ ਬਦਲ ਸਕਦਾ ਸੀ। ਅਜਿਹੇ ਮਾਹੌਲ 'ਚ ਸਹੀ ਰਣਨੀਤੀ ਦੀ ਅਹਿਮੀਅਤ ਸਭ ਤੋਂ ਵੱਧ ਹੁੰਦੀ ਹੈ। ਇਹ ਡੈਸ਼ਬੋਰਡ ਪੂਰੀ ਤਸਵੀਰ ਨੂੰ ਇੱਕ ਜਗ੍ਹਾ ਤੇ ਸਾਫ਼ ਕਰ ਦਿੰਦਾ ਹੈ।
ਕੁੱਲ ਵੋਟਰ ਕਿੰਨੇ ਨੇ, ਵੋਟ ਪਾਉਣ ਕਿੰਨੇ ਆਏ ਤੇ ਪਾਰਟੀਆਂ ਨੂੰ ਕਿੰਨਾ ਹਿੱਸਾ ਮਿਲਿਆ। ਚੁਣੌਤੀ ਬਿਲਕੁਲ ਸਪਸ਼ਟ ਹੈ, 5807 ਵੋਟਾਂ ਦੇ ਫਰਕ ਨੂੰ ਮਿਟਾਉਣਾ ਅਤੇ ਨਾਲ ਹੀ ਉਹਨਾਂ ਵੋਟਰਾਂ ਨੂੰ ਵਾਪਸ ਲੈ ਕੇ ਆਣਾ ਜੋ ਸਿਸਟਮ ਤੋਂ ਨਿਰਾਸ਼ ਹੋ ਕੇ ਘਰ ਬੈਠ ਗਏ ਨੇ। ਇਹ ਸਿਰਫ ਅੰਕੜਿਆਂ ਦੀ ਖੇਡ ਨਹੀਂ, ਇਹ ਤਾਂ ਭਰੋਸਾ ਜਿੱਤਣ ਦੀ ਲੜਾਈ ਹੈ। ਦੇਖੋ, ਚੋਣਾਂ ਦੇ ਨਤੀਜੇ ਕਦੇ ਵੀ ਰਾਤੋਂ ਰਾਤ ਤੈਅ ਨਹੀਂ ਹੁੰਦੇ। ਇਨ੍ਹਾਂ ਪਿੱਛੇ ਸਾਲਾਂ ਦੀ ਇੱਕ ਲੰਬੀ ਕਹਾਣੀ ਹੁੰਦੀ ਹੈ, ਵੋਟਰਾਂ ਦੇ ਭਰੋਸੇ ਦੇ ਬਣਨ ਅਤੇ ਟੁੱਟਣ ਦੀ ਕਹਾਣੀ। ਇਹ ਸਮਝਣ ਲਈ ਕਿ ਦਾਖਾ 2022 ਵਿੱਚ ਇਸ ਮੋੜ ਤੇ ਕਿਉਂ ਪਹੁੰਚਿਆ, ਸਾਨੂੰ ਥੋੜਾ ਪਿੱਛੇ ਜਾਣਾ ਪਵੇਗਾ ਤੇ ਵੇਖਣਾ ਪਵੇਗਾ ਕਿ ਸਮੇਂ ਦੇ ਨਾਲ ਲੋਕਾਂ ਦਾ ਭਰੋਸਾ ਕਿਵੇਂ ਬਦਲਿਆ। ਇਹ ਟਾਈਮਲਾਈਨ ਕਾਂਗਰਸ ਪਾਰਟੀ ਲਈ ਦਾਖਾ ਦੇ ਸਫ਼ਰ ਦੀ ਪੂਰੀ ਕਹਾਣੀ ਦੱਸਦੀ ਹੈ। 1992 ਵਿੱਚ 78% ਦੀ ਸ਼ਾਨਦਾਰ ਜਿੱਤ ਤੇ ਫਿਰ ਹੌਲੀ-ਹੌਲੀ ਗ੍ਰਾਫ ਹੇਠਾਂ ਆਉਂਦਾ ਗਿਆ ਤੇ 2017 ਵਿੱਚ ਤਾਂ ਸਿਰਫ 17% ਤੇ ਹੀ ਸਿਮਟ ਗਿਆ। ਇਹ ਸਾਫ਼ ਦੱਸਦਾ ਹੈ ਕਿ ਦਾਖਾ ਦੇ ਵੋਟਰ ਕਿਸੇ ਇੱਕ ਪਾਰਟੀ ਨਾਲ ਬੱਝੇ ਹੋਏ ਨਹੀਂ ਹਨ, ਉਹਨਾਂ ਦਾ ਭਰੋਸਾ ਸਥਿਰ ਨਹੀਂ ਰਿਹਾ। ਇਹ ਅੰਕੜੇ ਇੱਕ ਚੇਤਾਵਨੀ ਵੀ ਨੇ ਕਿ ਪੁਰਾਣੀਆਂ ਜਿੱਤਾਂ ਭਵਿੱਖ ਦੀ ਗਾਰੰਟੀ ਨਹੀਂ ਹੁੰਦੀਆਂ। 2017 ਦੀਆਂ ਚੋਣਾਂ ਦਾਖਾ ਦੀ ਸਿਆਸਤ ਵਿੱਚ ਇੱਕ ਭੂਚਾਲ ਵਾਂਗ ਸਨ। ਆਮ ਆਦਮੀ ਪਾਰਟੀ ਨੇ ਇੱਕ ਨਵੀਂ ਤਾਕਤ ਬਣ ਕੇ 40% ਵੋਟਾਂ ਲੈ ਲਈਆਂ। ਹੁਣ ਸਵਾਲ ਇਹ ਹੈ ਕਿ ਇਹ ਵੋਟਾਂ ਆਈਆਂ ਕਿੱਥੋਂ? ਇਹ ਮੁੱਖ ਤੌਰ ਤੇ ਨੌਜਵਾਨ ਅਤੇ ਦਲਿਤ ਵੋਟਰ ਸਨ, ਜੋ ਪੁਰਾਣੀਆਂ ਪਾਰਟੀਆਂ ਤੋਂ ਨਿਰਾਸ਼ ਸਨ ਤੇ ਇੱਕ ਬਦਲਾਅ ਚਾਹੁੰਦੇ ਸਨ। ਇਸ ਇੱਕ ਚੋਣ ਨੇ ਕਾਂਗਰਸ ਦੇ ਵੋਟ ਬੈਂਕ ਨੂੰ ਬੁਰੀ ਤਰ੍ਹਾਂ ਖਿੰਡਾ ਦਿੱਤਾ ਅਤੇ ਹਲਕੇ ਦੇ ਸਿਆਸੀ ਸਮੀਕਰਨ ਹਮੇਸ਼ਾ ਲਈ ਬਦਲ ਦਿੱਤੇ। ਜਦੋਂ ਅਸੀਂ 2017 ਤੇ 2022 ਦੀ ਵੋਟਿੰਗ ਦੀ ਤੁਲਨਾ ਕਰਦੇ ਹਾਂ ਤਾਂ ਇੱਕ ਹੋਰ ਦਿਲਚਸਪ ਕਹਾਣੀ ਸਾਹਮਣੇ ਆਉਂਦੀ ਹੈ। 2017 ਵਿੱਚ ਬਦਲਾਅ ਦੀ ਇੱਕ ਵੱਡੀ ਉਮੀਦ ਸੀ, ਇਸੇ ਲਈ 81.8% ਲੋਕ ਵੋਟ ਪਾਉਣ ਲਈ ਨਿਕਲੇ। ਪਰ 2022 ਤੱਕ ਆਉਂਦੇ-ਆਉਂਦੇ ਉਹ ਜੋਸ਼ ਠੰਡਾ ਪੈ ਗਿਆ ਤੇ VOTING 6% ਘਟ ਗਈ। ਇਸ ਦਾ ਸਿੱਧਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਬਦਲਾਅ ਲਈ ਵੋਟ ਪਾਈ ਸੀ ਉਹ 5 ਸਾਲਾਂ ਵਿੱਚ ਨਿਰਾਸ਼ ਹੋ ਗਏ। ਇਹ ਵੱਡੀ ਉਦਾਸੀਨਤਾ ਸਬੂਤ ਹੈ ਕਿ ਸਿਰਫ ਸਰਕਾਰ ਬਦਲਣਾ ਕਾਫੀ ਨਹੀਂ ਹੁੰਦਾ, ਸਿਸਟਮ ਵਿੱਚ ਸੁਧਾਰ ਲਿਆਉਣਾ ਜ਼ਰੂਰੀ ਹੈ। ਤੇ ਜਦੋਂ ਲੋਕਾਂ ਦਾ ਸਿਸਟਮ ਤੋਂ ਭਰੋਸਾ ਉੱਠਦਾ ਹੈ ਤਾਂ ਅਕਸਰ ਸਿਆਸੀ ਗੱਲਬਾਤ ਦਾ ਪੱਧਰ ਵੀ ਹੇਠਾਂ ਆ ਜਾਂਦਾ ਹੈ। ਪਰ ਭਰੋਸਾ ਦੁਬਾਰਾ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਜਨਤਕ ਭਾਸ਼ਣ ਦੇ ਦਾਇਰੇ ਵਿੱਚ ਮਾਣ-ਸਨਮਾਨ ਇੱਕ ਬੁਨਿਆਦੀ ਸਿਧਾਂਤ ਹੋਵੇ। ਸਾਡਾ ਸੰਵਿਧਾਨ ਵੀ ਇਸੇ ਜ਼ਿੰਮੇਵਾਰੀ ਵਾਲੀ ਬਹਿਸ ਦੀ ਗੱਲ ਕਰਦਾ ਹੈ, ਜਿੱਥੇ ਵਿਚਾਰਾਂ ਦਾ ਟਕਰਾਅ ਹੋਵੇ, ਨਾ ਕਿ ਸ਼ਖਸੀਅਤਾਂ ਦਾ। ਇੱਕ ਸਿਹਤਮੰਦ ਲੋਕਤੰਤਰ ਲਈ ਇਹ ਬਹੁਤ ਜ਼ਰੂਰੀ ਹੈ। ਖੈਰ, ਹੁਣ ਤੱਕ ਅਸੀਂ ਸਮੱਸਿਆਵਾਂ ਅਤੇ ਚੁਣੌਤੀਆਂ ਦੀ ਗੱਲ ਕੀਤੀ ਹੈ, ਅੰਕੜਿਆਂ ਨੂੰ ਘੋਖਿਆ ਹੈ। ਹੁਣ ਸਮਾਂ ਹੈ ਹੱਲ ਤੇ ਧਿਆਨ ਦੇਣ ਦਾ। ਜਦੋਂ ਭਰੋਸਾ ਟੁੱਟ ਜਾਵੇ ਤਾਂ ਉਸ ਨੂੰ ਦੁਬਾਰਾ ਜੋੜਨ ਲਈ ਇੱਕ ਸੋਚੀ ਸਮਝੀ ਯੋਜਨਾ ਦੀ ਲੋੜ ਹੁੰਦੀ ਹੈ। ਇਹ ਇੱਕ ਅਜਿਹਾ ਬਲੂਪ੍ਰਿੰਟ ਹੈ ਜੋ ਸਿਰਫ ਚੋਣ ਜਿੱਤਣ ਲਈ ਨਹੀਂ, ਬਲਕਿ ਲੋਕਾਂ ਦਾ ਦਿਲ ਜਿੱਤਣ ਅਤੇ ਇੱਕ ਬਿਹਤਰ ਸ਼ਾਸਨ ਦੇਣ ਲਈ ਬਣਾਇਆ ਗਿਆ ਹੈ। ਇਸ ਪੂਰੀ ਰਣਨੀਤੀ ਨੂੰ 4 ਮੁੱਖ ਥੰਮਾਂ ਤੇ ਖੜਾ ਕੀਤਾ ਗਿਆ ਹੈ। ਪਹਿਲਾ, ਚੋਣਾਂ ਦੇ ਪੱਧਰ ਤੇ ਕੀ ਕਰਨਾ ਹੈ, ਮਤਲਬ ਕਿ ਹਰ ਬੂਥ ਤੇ ਨਜ਼ਰ ਤੇ ਮੁੱਖ ਵੋਟਰ ਸਮੂਹਾਂ ਤੱਕ ਪਹੁੰਚ। ਦੂਜਾ, ਸੰਗਠਨ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਤਾਂ ਜੋ ਪਾਰਟੀ ਦੀ ਮਸ਼ੀਨਰੀ ਜ਼ਮੀਨ ਤੇ ਫਿਰ ਤੋਂ ਸਰਗਰਮ ਹੋਵੇ। ਤੀਜਾ, ਲੋਕਾਂ ਤੱਕ ਕਿਹੜੀ ਗੱਲ, ਕਿਹੜੀ ਕਹਾਣੀ ਪਹੁੰਚਾਉਣੀ ਹੈ ਜੋ ਭਰੋਸਾ ਤੇ ਵਿਕਾਸ ਦੀ ਹੋਵੇ। ਤੇ ਚੌਥਾ, ਜੋ ਵੀ ਸਾਧਨ ਹਨ ਉਹਨਾਂ ਦੀ ਸਹੀ ਵਰਤੋਂ ਤਾਂ ਜੋ ਘੱਟ ਖਰਚੇ ਵਿੱਚ ਵੱਡਾ ਅਸਰ ਪਾਇਆ ਜਾ ਸਕੇ। ਇੱਕ ਚੰਗੀ ਰਣਨੀਤੀ ਸਿਰਫ ਕਾਗਜ਼ਾਂ ਤੇ ਕੰਮ ਨਹੀਂ ਕਰਦੀ, ਉਸ ਨੂੰ ਸਮੇਂ ਸਿਰ ਲਾਗੂ ਵੀ ਕਰਨਾ ਪੈਂਦਾ ਹੈ। ਇਹ 90 ਦਿਨਾਂ ਦੀ ਯੋਜਨਾ ਇੱਕ ਪੌੜੀ ਵਾਂਗ ਹੈ, ਜਿਸ ਦਾ ਹਰ ਕਦਮ ਸੋਚ ਸਮਝ ਕੇ ਚੁੱਕਣਾ ਪੈਂਦਾ ਹੈ। ਸ਼ੁਰੂਆਤ ਹੁੰਦੀ ਹੈ ਵਾਰ ਰੂਮ ਬਣਾਉਣ ਤੇ, ਲੋਕਾਂ ਦੀਆਂ ਸ਼ਿਕਾਇਤਾਂ ਨੂੰ ਇਕੱਠਾ ਕਰਨ ਨਾਲ। ਫਿਰ ਕਿਸਾਨਾਂ ਤੇ ਨੌਜਵਾਨਾਂ ਨਾਲ ਸਿੱਧਾ ਸੰਪਰਕ। ਇਸ ਤੋਂ ਬਾਅਦ ਘਰ-ਘਰ ਜਾ ਕੇ ਪ੍ਰਚਾਰ, ਜਨਤਕ ਮੀਟਿੰਗਾਂ ਤੇ ਮੀਡੀਆ ਦੀ ਵਰਤੋਂ। ਤੇ ਸਭ ਤੋਂ ਅਹਿਮ, ਚੋਣ ਵਾਲੇ ਦਿਨ ਇਹ ਯਕੀਨੀ ਬਣਾਉਣਾ ਕਿ ਹਰ ਸਮਰਥਕ ਵੋਟ ਪਾਉਣ ਜ਼ਰੂਰ ਜਾਵੇ। ਪਰ ਸਭ ਤੋਂ ਜ਼ਰੂਰੀ ਹੈ ਸਹੀ ਸੁਨੇਹਾ। ਲੋਕਾਂ ਨਾਲ ਗੱਲ ਕੀ ਕਰਨੀ ਹੈ? ਸੁਨੇਹਾ ਬਿਲਕੁਲ ਸਾਫ਼ ਤੇ ਸਕਾਰਾਤਮਕ ਹੋਣਾ ਚਾਹੀਦਾ ਹੈ, ਜਿਵੇਂ ਕਿ ਕਿਸਾਨਾਂ ਤੇ ਨੌਜਵਾਨਾਂ ਲਈ ਕੈਪਟਨ। ਇਹ ਨਾਰਾ ਸਿੱਧਾ ਉਹਨਾਂ 2 ਸਮੂਹਾਂ ਨੂੰ ਛੂੰਹਦਾ ਹੈ ਜੋ ਸਭ ਤੋਂ ਵੱਧ ਪਰੇਸ਼ਾਨ ਹਨ। ਉਮੀਦਵਾਰ ਦੇ ਪਿਛੋਕੜ, ਜਿਵੇਂ ਫੌਜੀ ਸੇਵਾ, ਨੂੰ ਇਮਾਨਦਾਰੀ ਤੇ ਅਨੁਸ਼ਾਸਨ ਨਾਲ ਜੋੜਨਾ। ਵਿਰੋਧੀਆਂ ਤੇ ਨਿੱਜੀ ਹਮਲੇ ਨਹੀਂ, ਸਗੋਂ ਉਹਨਾਂ ਦੀਆਂ ਨੀਤੀਆਂ ਤੇ ਸਵਾਲ। ਤੇ ਜੇ ਕੋਈ ਝੂਠ ਫੈਲਾਵੇ ਤਾਂ ਤੱਥਾਂ ਨਾਲ ਉਸ ਦਾ ਜਵਾਬ ਦੇਣਾ। ਇਹ ਇੱਕ ਅਜਿਹਾ ਬਿਰਤਾਂਤ ਹੈ ਜੋ ਨਫ਼ਰਤ ਦੀ ਥਾਂ ਉਮੀਦ ਪੈਦਾ ਕਰਦਾ ਹੈ। ਤਾਂ ਫਿਰ ਇਸ ਸਾਰੇ ਵਿਸ਼ਲੇਸ਼ਣ ਦੇ ਅਸੀਂ ਆਖਰੀ ਪੜਾਅ ਤੇ ਪਹੁੰਚ ਗਏ ਹਾਂ। ਇਸ ਸਫ਼ਰ ਦਾਖਾ ਦੀਆਂ ਗਲੀਆਂ ਤੋਂ ਸ਼ੁਰੂ ਹੋਇਆ ਸੀ, ਪਰ ਇਸ ਦੇ ਸਿਧਾਂਤ ਪੂਰੇ ਦੇਸ਼ ਤੇ ਲਾਗੂ ਹੁੰਦੇ ਨੇ। ਇਹ ਕਹਾਣੀ ਸਿਰਫ ਇੱਕ ਚੋਣ ਜਿੱਤਣ ਦੀ ਨਹੀਂ, ਇਹ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਹੈ ਕਿ ਅੱਜ ਦੇ ਦੌਰ ਵਿੱਚ ਇੱਕ ਸੱਚਾ ਲੋਕ ਕੇਂਦਰਿਤ ਆਗੂ ਕਿਵੇਂ ਬਣਿਆ ਜਾ ਸਕਦਾ ਹੈ। ਅੱਜ-ਕੱਲ੍ਹ ਡਿਜੀਟਲ ਦੌਰ ਹੈ ਤੇ ਵੋਟਰਾਂ ਤੱਕ ਪਹੁੰਚਣ ਲਈ ਡੇਟਾ ਦੀ ਵਰਤੋਂ ਆਮ ਹੋ ਗਈ ਹੈ। ਪਰ ਇੱਥੇ ਇੱਕ ਬਹੁਤ ਹੀ ਸੰਵੇਦਨਸ਼ੀਲ ਗੱਲ ਯਾਦ ਰੱਖਣੀ ਚਾਹੀਦੀ ਹੈ। ਭਰੋਸਾ ਜਿੱਤਣ ਲਈ
ਲੋਕਾਂ ਦੀ ਸਹਿਮਤੀ ਦਾ ਸਤਿਕਾਰ ਕਰਨਾ ਲਾਜ਼ਮੀ ਹੈ। ਭਾਰਤ ਦਾ ਡੇਟਾ ਸੁਰੱਖਿਆ ਕਾਨੂੰਨ ਵੀ ਸਾਨੂੰ ਇਹੀ ਯਾਦ ਦਿਵਾਉਂਦਾ ਹੈ ਕਿ ਕਿਸੇ ਦੀ ਨਿੱਜੀ ਜਾਣਕਾਰੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਵਰਤੀ ਜਾ ਸਕਦੀ। ਸੱਚੀ ਜਨਤਕ ਸੇਵਾ ਦਾ ਮਤਲਬ ਲੋਕਾਂ ਦੀ ਨਿੱਜਤਾ ਦਾ ਸਤਿਕਾਰ ਕਰਨਾ ਵੀ ਹੈ। ਅੰਤ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। ਸਿਆਸਤ ਵਿੱਚ ਅਸਲ ਖਤਰਾ ਚੋਣ ਹਾਰਨਾ ਨਹੀਂ ਹੁੰਦਾ। ਅਸਲ ਖਤਰਾ ਉਦੋਂ ਹੁੰਦਾ ਹੈ ਜਦੋਂ ਲੋਕਾਂ ਦੀ ਉਮੀਦ ਹੀ ਮਰ ਜਾਂਦੀ ਹੈ, ਜਦੋਂ ਉਹਨਾਂ ਨੂੰ ਲੱਗਣ ਲੱਗਦਾ ਹੈ ਕਿ ਉਹਨਾਂ ਦੀ ਆਵਾਜ਼ ਦੀ ਕੋਈ ਕੀਮਤ ਨਹੀਂ, ਉਹਨਾਂ ਦੀ ਵੋਟ ਨਾਲ ਕੁਝ ਨਹੀਂ ਬਦਲਣ ਵਾਲਾ। ਇਹ ਉਦਾਸੀਨਤਾ ਇਹੀ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਹੈ ਤੇ ਇੱਕ ਸੱਚੇ ਆਗੂ ਦਾ ਪਹਿਲਾ ਫਰਜ਼ ਇਸ ਉਦਾਸੀਨਤਾ ਨੂੰ ਤੋੜ ਕੇ ਲੋਕਾਂ ਦੇ ਵਿਸ਼ਵਾਸ ਨੂੰ ਮੁੜ ਜਗਾਉਣਾ ਹੁੰਦਾ ਹੈ। ਜੇ ਤੁਸੀਂ ਇੱਕ ਲੋਕ ਕੇਂਦਰਿਤ ਆਗੂ ਬਣਨਾ ਅਤੇ ਆਪਣੇ ਹਲਕੇ ਦਾ ਵਿਕਾਸ ਕਰਨਾ ਚਾਹੁੰਦੇ ਹੋ ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 08042041602 ਤੇ ਕਾਲ ਕਰੋ। ਸਿਆਸਤ ਤੋਂ ਪਰੇ ਇੱਕ ਮਕਸਦ।